किताब विपरण की रीत तो सच दा मार्ग भाग चौथा। लेखक सरदार गुरबख्श सिंह काला अफगाना। पहले कांड का 11वां भाग भूत प्रेत एक भरम ਅਤੇ 12वां भाग असली बेताले ਜਾਂ ਭੂਤ ਪ੍ਰੇਤ ਕੌਣ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੂਤ ਪ੍ਰੇਤ ਇੱਕ ਭਰਮ। ਮਾਨਸਿਕ ਕਮਜ਼ੋਰੀ ਅਤੇ ਅਗਿਆਨਤਾ ਦੀ ਉਪਜ ਭੂਤਾਂ ਪ੍ਰੇਤਾਂ ਦਾ ਭਰਮ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਰੀ ਦੁਨੀਆ 'ਤੇ ਹੈ, ਪਰ ਭਾਰਤੀ ਜਨਤਾ ਦੇ ਮਨਾਂ ਵਿੱਚ ਇਹਨਾਂ ਦੀਆਂ ਭਿਆਨਕ ਸ਼ਕਲਾਂ ਅਤੇ ਗੈਬੀ ਸ਼ਕਤੀਆਂ ਦਾ ਜੋ ਭਰਮ ਪਿਆ ਹੋਇਆ ਹੈ, ਉਹਨਾਂ ਦਾ ਜਨਮਦਾਤਾ ਵੀ ਮੁੱਖ ਤੌਰ 'ਤੇ ਬ੍ਰਾਹਮਣ ਅਥਵਾ ਉਸ ਦੇ ਲਿਖੇ ਹੋਏ ਗ੍ਰੰਥ ਹੀ ਹਨ। ਵਾਯੂ ਪੁਰਾਣ ਵਿੱਚ ਲਿਖਿਆ ਹੈ ਕਿ ਦਕਸ਼ ਦੀ ਪੁੱਤਰੀ ਕਰੋਧਾ ਦੇ ਗਰਭ ਤੋਂ ਕਸ਼ਯਪ ਦੀ ਔਲਾਦ ਭੂਤ ਹਨ, ਜੋ ਸ਼ਿਵ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ। ਅਤੇ ਇਸੇ ਤਰ੍ਹਾਂ ਰਾਮ ਚਰਿਤਮਾਨਸ ਗ੍ਰੰਥ ਵਿੱਚ ਪਾਰਬਤੀ ਨੂੰ ਵਿਆਹੁਣ ਗਏ ਸ਼ਿਵਜੀ ਦੇ ਜਾਨੀਆਂ ਦਾ ਵਰਣਨ ਕਰਦਿਆਂ ਗੋਸਵਾਮੀ ਤੁਲਸੀਦਾਸ ਨੇ ਲਿਖਿਆ ਹੈ ਕਿ ਬਰਾਤ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਸ਼ਿਵਜੀ ਦਾ ਸੁਨੇਹਾ ਮਿਲਿਆ ਤਾਂ ਉਹ ਬਣ ਫੱਬ ਕੇ ਜੰਝ ਵਿੱਚ ਸ਼ਾਮਲ ਹੋਣ ਲਈ ਆ ਗਏ। ਉਹਨਾਂ ਨੂੰ ਵੇਖ ਕੇ ਸ਼ਿਵਜੀ ਖੁਸ਼ ਹੁੰਦੇ ਹਨ। ਉਸ ਦ੍ਰਿਸ਼ ਨੂੰ ਤੁਲਸੀਦਾਸ ਜੀ ਇਹਨਾਂ ਸ਼ਬਦਾਂ ਵਿੱਚ ਲਿਖਦੇ ਹਨ। ਸ਼ਿਵ ਅਨੁਸ਼ਾਸਨ ਸੁਨ ਸਭ ਆਏ, ਪ੍ਰਭੂ ਪਦ ਜਲਦ ਸੀਸ ਤਿਨ ਨਿਆਏ, ਨਾਨਾ ਬਾਹਨ ਨਾਨਾ ਭੇਖਾ, ਬਿਸਵੇ ਸ਼ਿਵ ਸਮਾਜ ਨਿਜ ਦੇਖਾ। ਅਰਥ, ਸ਼ਿਵਾਂ ਦਾ ਹੁਕਮ ਸੁਣ ਕੇ ਸਭ ਆਏ ਤੇ ਪ੍ਰਭੂ ਦੇ ਚਰਨ ਕਮਲਾਂਪੁਰ ਸਿਰ ਨਿਵਾਇਆ। ਕਈ ਪ੍ਰਕਾਰ ਦੀਆਂ ਸਵਾਰੀਆਂ ਤੇ ਕਈ ਪ੍ਰਕਾਰ ਦੇ ਭੇਖ। ਸ਼ਿਵ ਜੀ ਆਪਣਾ ਸਾਜ ਸਮਾਜ ਦੇਖ ਕੇ ਖੁਸ਼ ਹੋਏ। ਤਨ ਖੀਨ ਕੋ ਅਤ ਪੀਨ, ਪਾਵਨ ਕੋ ਅਪਵਾਨ ਗਤ ਧਰੇ, ਭੂਸ਼ਣ ਕਰਾਲ ਕਪਾਲ ਕਰ ਸਭ, ਸਦ ਸੋਨਿਤ ਤਨ ਭਰੇ, ਪਰ ਸੁਵਾਨ ਸੂਰ ਸ੍ਰਿਗਾਲ ਮੁਖ ਗਨ, ਭੇਖ ਅਗੰਤ ਕੋ ਗਨੈ, ਬਹੁ ਜਿਨਸ ਪ੍ਰੇਮ ਪਿਸਾਚ ਜੋਗ, ਜਮਾਤ ਬਰਤਨ ਨਹਿ ਬਨੇ ਸੋਰਠਾ। ਨਾਚੇ ਗਾਵੇਂ ਗੀਤ ਪਰਮ ਤਰੰਗ ਭੂਤ ਸਭ, ਦੇਖਤ ਅਤ ਵਿਪਰੀਤ, ਬੋਲੇ ਬਚਨ ਬਚਿੱਤਰ ਬਿਦ। ਬੋਲ ਕਾਂਡ ਚੌਥਾ ਅਧਿਆਇ। ਅਰਥ, ਕੋਈ ਮਾੜਾ, ਕੋਈ ਮੋਟਾ, ਕੋਈ ਪਵਿੱਤਰ, ਕੋਈ ਅਪਵਿੱਤਰ ਦੇਹ ਧਾਰਨ ਕੀਤੇ, ਡਰਾਉਣੇ ਗਹਿਣੇ ਪਾਏ, ਹੱਥ ਵਿੱਚ ਸਿਰ ਫੜੇ ਹੋਏ ਤੇ ਸਾਰੇ ਦੇ ਸਾਰੇ ਤਨ ਉੱਤੇ ਤਾਜ਼ੇ ਖੂਨ ਨਾਲ ਭਰੇ ਹੋਏ, ਖੋਤੇ, ਕੁੱਤੇ, ਸੂਰ ਤੇ ਗਿੱਦੜ ਮੂੰਹ ਵਾਲੇ ਗਣਾਂ ਭਾਵ ਸ਼ਿਵ ਦੇ ਸੇਵਕਾਂ ਦੇ ਬੇਅੰਤ ਭੇਖਾਂ ਨੂੰ ਕੌਣ ਗਿਣ ਸਕਦਾ ਸੀ। ਬੜੇ ਪ੍ਰਕਾਰ ਦੇ ਪ੍ਰੇਤ ਭੂਤ ਨੇ ਅਤੇ ਜੋਗਨੀਆਂ ਦੇ ਇਕੱਠ ਸਨ। ਭੂਤ ਪ੍ਰੇਤ ਨੱਚਦੇ ਤੇ ਗੀਤ ਗਾਉਂਦੇ ਸਨ। ਇਹ ਬੜੇ ਕੌਤਕੀ ਸਨ। ਦੇਵਤਿਆਂ ਤੋਂ ਬਹੁਤ ਹੀ ਉਲਟ ਢੰਗ ਦੇ ਜਾਣੇ ਜਾਂਦੇ ਅਤੇ ਬੜੀਆਂ ਅਜਬ ਗੱਲਾਂ ਕਰਦੇ ਸਨ। ਬ੍ਰਹਮਾ, ਵਿਸ਼ਨੂੰ ਅਥਵਾ ਸ਼ਿਵ ਜੀ ਆਦਿ ਵੱਡੇ ਦੇਵਤਿਆਂ ਨੂੰ ਸ੍ਰਿਸ਼ਟੀ ਦੀ ਸਿਰਜਣਾ ਕਰਨ ਵਾਲੇ ਵੀ ਇਸੇ ਬ੍ਰਾਹਮਣ ਨੇ ਹੀ ਲਿਖਿਆ ਹੈ। ਫਿਰ ਅਰਬਾਂ ਖਰਬਾਂ ਸਾਲ ਪਹਿਲਾਂ ਹੋਏ ਸ਼ਿਵ ਦੇ ਕਥਿਤ ਵਿਆਹ ਸਮੇਂ ਦੇ ਜਾਨੀਆਂ ਦਾ ਪਤਾ ਤੁਲਸੀਦਾਸ ਨੂੰ ਕਿਵੇਂ ਲੱਗ ਗਿਆ। ਇਹਨਾਂ ਧਰਮ ਗ੍ਰੰਥਾਂ ਵਿਚਲੇ ਅਜਿਹੇ ਅਦਭੁਤ ਜੀਵਾਂ ਦਾ ਜਿਹੜੇ ਕੋਈ ਸਿਰਾਂ ਤੋਂ ਬਿਨਾਂ ਜਾਂ ਸਿਰਾਂ ਨੂੰ ਹੱਥ ਵਿੱਚ ਫੜੀ ਫਿਰਨ ਵਾਲੇ ਵੀ ਸਨ, ਅਜਿਹੇ ਕਈ ਪ੍ਰਕਾਰ ਦੀਆਂ ਡਰਾਉਣੀਆਂ ਸ਼ਕਲਾਂ ਵਾਲੇ ਜਿਨ੍ਹਾਂ ਭੂਤਾਂ ਦੀ ਕਿਸੇ ਸਾਕਸ਼ਾਤ ਹੋਂਦ ਬਾਰੇ ਸਾਡੇ ਮਨਾਂ ਵਿੱਚ ਭਰਮ ਪਾਉਣ ਵਾਲਾ ਵੀ ਬ੍ਰਾਹਮਣ ਹੀ ਹੈ। ਭੂਤਾਂ ਪ੍ਰੇਤਾਂ ਦੀ ਹੋਂਦ ਨਾਲ ਜਿੰਨੀਆਂ ਵੀ ਗੱਲਾਂ ਜੁੜੀਆਂ ਹੋਈਆਂ ਹਨ, ਉਹਨਾਂ ਤੋਂ ਇਹੀ ਸਿੱਧ ਹੁੰਦਾ ਹੈ ਕਿ ਇਹਨਾਂ ਕੋਲੋਂ ਸਦਾ ਡਰ, ਭੈ ਅਤੇ ਮੁਸੀਬਤਾਂ ਹੀ ਆਉਂਦੀਆਂ ਹਨ। ਇਹਨਾਂ ਦੀ ਕਥਿਤ ਹੋਣ ਦਾ ਲਾਭ ਤਾਂਤਰਿਕਾਂ ਨੂੰ ਹੀ ਮਿਲਦਾ ਹੈ, ਜਿਹੜੇ ਇਹਨਾਂ ਭੂਤਾਂ ਦਾ ਭਰਮ ਪਾ ਕੇ ਲੋਕਾਂ ਨੂੰ ਠੱਗ ਸਕਦੇ ਹਨ। ਭਲੇ ਲੋਕਾਂ ਦਾ ਭੂਤਾਂ ਨਾਲ ਕੀ ਵਾਸਤਾ। ਬ੍ਰਾਹਮਣ ਦੀ ਉਪਜ ਸੰਤ ਬਾਣਿਆਂ ਵਾਲੇ ਭੇਖੀਆਂ ਨੇ ਮਰੇ ਹੋਏ ਜੀਵਾਂ ਦੀਆਂ ਰੂਹਾਂ ਦੇ ਕਈ ਨਾਮ ਰੱਖ ਕੇ ਅਡੰਬਰ ਰਚ ਰੱਖੇ ਹਨ। ਇਹਨਾਂ ਤਾਂਤਰਿਕਾਂ ਦੇ ਜਾਦੂ ਟੂਣਿਆਂ ਵਾਲੇ ਕਰਤਬਾਂ ਅਤੇ ਛਾਇਆ ਆਦਿ ਵੱਲੋਂ ਪਾਏ ਭਰਮਾਂ ਦੇ ਵਸ ਪੈ ਕੇ ਕਈ ਅਗਿਆਨੀ ਸਿੱਖ ਗੁਰਮਤਿ ਦੇ ਵਿਰੁੱਧ ਕਰਮ ਕਰਦੇ ਹਨ। ਅੱਖੀਂ ਵੇਖੀ ਪ੍ਰਤੱਖ ਗਾਥਾ ਕੈਨੇਡਾ ਦੇਸ਼ ਦੇ BC ਪ੍ਰਦੇਸ਼ ਵਿੱਚ ਸਰੀ
ਨਗਰ ਕੇਸਾਧਾਰੀ ਅਤੇ ਮੋਨੇ ਪੰਜਾਬੀਆਂ ਦਾ ਗੜ੍ਹ ਹੈ। ਗੁਰੂ ਕੇ ਲਾਲਾਂ ਦੀ ਅਪਾਰ ਸ਼ਰਧਾ ਨੇ ਗੁਰਦੁਆਰਾ ਵੀ ਬੜਾ ਸੋਹਣਾ ਬਣਾ ਲਿਆ ਹੋਇਆ। ਇਹ ਗੱਲ ਦੱਸਣ ਪੁੱਛਣ ਦੀ ਲੋੜ ਤੋਂ ਟੱਪ ਚੁੱਕੀ ਹੋਈ ਹੈ ਕਿ ਇਸ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵੀ ਹੋਰ ਕਮੇਟੀਆਂ ਵਾਂਗ ਆਪਸੀ ਫੁੱਟ ਦੇ ਬੁਖਾਰ ਨਾਲ ਮੱਗਦੀ ਰਹਿੰਦੀ ਹੈ। ਗੁਰਦੁਆਰਾ ਸਾਹਿਬ ਦੇ 5 ਗ੍ਰੰਥੀ ਸਿੰਘ ਸੇਵਾ ਨਿਭਾ ਰਹੇ ਹਨ। ਵੱਡੇ ਭਾਗ ਇਹ ਹਨ ਕਿ ਇਹਨਾਂ ਪੰਜਾਂ ਦੇ ਜੰਮ ਘਟੇ ਵਿੱਚ ਇੱਕ ਗੁਰੂ ਦਾ ਲਾਲ ਅਜਿਹਾ ਵੀ ਹੈ ਜਿਸ ਨੂੰ ਸਹੀ ਅਰਥਾਂ ਵਿੱਚ ਗ੍ਰੰਥੀ ਕਿਹਾ ਜਾ ਸਕਦਾ ਹੈ। ਗਿਆਨੀ ਮਹਿੰਦਰਜੀਤ ਸਿੰਘ ਗੁਰਮਤਿ ਦੇ ਪੂਰਨ ਗਿਆਤਾ ਹੋਣ ਦੇ ਨਾਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਲੜੀਵਾਰ ਕਥਾ ਸਵੇਰੇ ਸ਼ਾਮ ਦੋਵੇਂ ਵੇਲੇ ਨੇਮ ਨਾਲ ਰੋਜ਼ ਕਰਦੇ ਹਨ, ਜੋ ਨਾਲੋਂ ਨਾਲ ਰੇਡੀਓ 'ਤੇ ਪ੍ਰਸਾਰਨ ਕੀਤੀ ਜਾ ਰਹੀ ਹੁੰਦੀ ਹੈ। ਗਿਆਨੀ ਮਹਿੰਦਰਜੀਤ ਸਿੰਘ ਦੀ ਤੁਲਨਾ ਦਾ ਕੋਈ ਦੂਜਾ ਗ੍ਰੰਥੀ ਸਿੰਘ ਮਿਲਣਾ ਜੇ ਅਸੰਭਵ ਨਹੀਂ ਤਾਂ ਕਠਿਨ ਜ਼ਰੂਰ ਹੈ। ਸ਼ੌਕ ਇਸ ਗੱਲ ਦਾ ਹੈ ਕਿ ਪੰਜਾਂ ਗ੍ਰੰਥੀਆਂ ਦੀ ਜਥੇਦਾਰੀ ਅਜਿਹੇ ਗ੍ਰੰਥੀ ਸਿੰਘ ਕੋਲ ਹੈ ਜਿਸ ਨੂੰ ਗੁਰਮਤਿ ਅਤੇ ਮਨਮਤ ਵਿੱਚ ਫਰਕ ਦਾ ਵੀ ਗਿਆਨ ਨਹੀਂ। ਗਿਆਨੀ ਮਹਿੰਦਰਜੀਤ ਸਿੰਘ ਜੀ ਦਾ ਵਿਸ਼ਵਾਸ ਪਾਤਰ ਹੋਣ ਦਾ ਦਾਸ ਨੂੰ ਮਾਣ ਪ੍ਰਾਪਤ ਹੈ। ਪਿਛਲੇ ਦਸੰਬਰ ਤੋਂ ਹੁਣ ਮਾਰਚ 1997 ਹੈ। ਲੰਗਰ ਵਿੱਚ ਕੁਰਸੀਆਂ ਰੱਖਣਾ ਅਥਵਾ ਚੁੱਕ ਕੇ ਬਾਹਰ ਸੁੱਟਣ ਦਾ ਮਸਲਾ ਗਰਮ ਹੈ। ਸੰਗਤਾਂ ਦੀ ਸੰਘਣੀ ਰੌਣਕ ਕਰਕੇ ਗੋਲਕ ਦਾ ਢਿੱਡ ਭਰਿਆ ਰਹਿੰਦਾ ਹੈ। ਅਸਲ ਵਿੱਚ ਗੋਲਕ ਹੀ ਸਾਰੀਆਂ ਲੜਾਈਆਂ ਦੀ ਜੜ੍ਹ ਹੈ। ਮਾਇਆ ਬਿਖ ਦੇ ਲਾਲਚੀ ਪ੍ਰਚਾਰਕਾਂ, ਰਾਗੀਆਂ, ਢਾਡੀਆਂ ਆਦਿ ਦੇ ਜਥੇ ਇੰਨੇ ਆਏ ਰਹਿੰਦੇ ਹਨ ਕਿ ਰੋਜ਼ ਦੋਵੇਂ ਵੇਲੇ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ। ਕਈ ਤਰ੍ਹਾਂ ਦੇ ਪਕਵਾਨਾਂ ਨਾਲ ਸਜਿਆ ਭੋਜਨ ਲਗਭਗ ਸਾਰਾ ਦਿਨ ਹੀ ਵਰਤਦਾ ਹੈ। ਮਈ 1997 ਵਿੱਚ ਇੱਕ ਸੂਰਮਾ ਸਿੰਘ ਜੀ ਆਪਣਾ ਰਾਗੀ ਜਥਾ ਲੈ ਕੇ ਇੰਗਲੈਂਡ ਦੇ ਰਸਤੇ ਦਿੱਲੀ ਤੋਂ ਆਏ ਹੋਏ ਸਨ। ਬੜਾ ਰਸ ਭਿੰਨਾ ਕੀਰਤਨ ਕਰਦੇ ਅਤੇ ਕਥਾ ਵਾਰਤਾ ਵੀ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕਰਦੇ ਸਨ। ਪ੍ਰਬੰਧਕ ਕਮੇਟੀ ਸੂਰਮਾ ਸਿੰਘ ਜੀ ਦਾ ਬੜਾ ਆਦਰ ਮਾਣ ਕਰਦੀ, ਜਿਸ ਕਾਰਨ ਉਹਨਾਂ ਨੂੰ ਕੀਰਤਨ ਦਾ ਸਮਾਂ ਵੀ ਉਹਨਾਂ ਦੀ ਇੱਛਾ ਅਨੁਸਾਰ ਮਿਲ ਰਿਹਾ ਸੀ। 16 ਜੂਨ 1997 ਦੁਪਹਿਰ ਵੇਲੇ ਸਰੀ ਗੁਰਦੁਆਰੇ ਦੇ ਗ੍ਰੰਥੀ ਸਿੰਘ ਦਾ ਫੋਨ ਆਇਆ ਕਿ ਜਿਸ ਰਾਗੀ ਨੇ ਆਪਣੀ ਵਿਦਵਤਾ ਦੇ ਝੰਡੇ ਗੱਡੇ ਹੋਏ ਹਨ, ਉਹਨਾਂ ਦੀ ਕਰਤੂਤ ਦੀ ਵੀਡੀਓ ਤਸਵੀਰ ਬਣੀ ਹੈ, ਜਿਸ ਵਿੱਚ ਰਾਗੀ ਸਿੰਘ ਜੀ ਦੀ ਇਹ ਵਾਰਤਾ ਫਿਲਮਾਈ ਹੋਈ ਹੈ ਕਿ ਉਸ ਨੇ ਇੱਕ ਭੋਲੀ ਭਾਲੀ ਦੁਖਿਆਰੀ ਬੀਬੀ ਦੇ ਮਨ ਵਿੱਚ ਭਰਮ ਪਾ ਦਿੱਤਾ ਹੋਇਆ ਸੀ ਕਿ ਉਸ ਦੇ ਗੁਆਂਢ ਵਿੱਚ ਕਦੇ ਕੋਈ ਰੋਗੀ ਮੇਮ ਰਹਿੰਦੀ ਸੀ ਜੋ ਮਰਨ ਉਪਰੰਤ ਭੂਤ ਬਣ ਗਈ ਸੀ। ਹੁਣ ਉਹ ਭੂਤ ਮੇਮ ਉਸ ਦੇ ਸਰੀਰ ਵਿੱਚ ਵੜ ਚੁੱਕੀ ਹੈ। ਅੱਖੀਆਂ ਤੋਂ ਲਾਵੇਂ ਪਰ ਗੁਰਮਤਿ ਦੇ ਵੱਡੇ ਪ੍ਰਚਾਰਕ ਅਤੇ ਰਾਗ ਵਿਦਿਆ ਵਿੱਚ ਨਿਪੁੰਨ ਦਿੱਲੀ ਵਾਲੇ ਉਸ ਬਾਬੇ ਨੰਦ ਸਿੰਘ ਨੇ ਪ੍ਰੇਮ ਭੂਤ ਨੂੰ ਕੱਢਣ ਦੀ ਫੀਸ $5000 ਮਾਠ ਲਈ ਹੋਈ ਸੀ, ਜੋ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਸ ਨਾ ਬੀਬੇ ਠੱਗ ਰਾਗੀ ਤੋਂ ਵਾਪਸ ਕਰਵਾਈ। ਇਸ ਸਾਰੇ ਕਾਰੇ ਦੀ ਖਬਰ ਕਮੇਟੀ ਨੇ ਅਖਬਾਰਾਂ ਵਿੱਚ ਛੁਪਵਾ ਦਿੱਤੀ। ਛੇਤੀ ਹੀ ਇੰਗਲੈਂਡ ਦੇ ਗੁਰਦੁਆਰੇ ਤੋਂ ਆਈ ਖਬਰ ਵੀ ਗਿਆਨੀ ਮਹਿੰਦਰਜੀਤ ਸਿੰਘ ਜੀ ਤੋਂ ਹੀ ਦਾਸ ਕੋਲ ਪੁੱਜੀ ਕਿ ਉੱਥੇ ਕਿਸੇ ਗੁਰਸਿੱਖ ਜੋੜੇ ਦੇ ਘਰ 10-12 ਸਾਲ ਤੋਂ ਔਲਾਦ ਨਹੀਂ ਸੀ ਹੋਈ। ਸੰਗਤਾਂ ਨੂੰ ਕਥਾ ਕੀਰਤਨ ਨਾਲ ਬਾਗੋ ਬਾਗ ਕਰਨ ਵਾਲੇ ਇਸੇ ਰਾਗੀ ਸਿੰਘ ਨੇ ਉਸ ਦੰਪਤੀ ਦੇ ਮਨ ਵਿੱਚ ਵੀ ਕਿਸੇ ਭੂਤ ਦੇ ਵਾਸੇ ਦਾ ਭਰਮ ਪਾ ਦਿੱਤਾ। ਭਰਮ ਦਾ ਮਾਰਿਆ ਉਹ ਜੋੜਾ ਉਸ ਰਾਗੀ ਸਿੰਘ ਨੂੰ ਘਰ ਲੈ ਗਿਆ। ਥੋੜ੍ਹਾ ਚਿਰ ਸਮਾਧੀ ਅਸਥਿਤ ਰਹਿਣ ਦਾ ਡਰਾਮਾ ਕਰਕੇ ਰਾਗੀ ਜੀ ਕਹਿਣ ਲੱਗ ਪਏ, ਹੁਣ ਮੇਰੇ ਸਰੀਰ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਵੇਸ਼ ਕਰ ਲਿਆ ਹੈ। ਅਤੇ ਫਿਰ ਆਵਾਜ਼ ਵਿੱਚ ਫਰਕ ਪਾ ਲਿਆ। ਗੁਰੂ ਨਾਨਕ ਸਾਹਿਬ ਬਣ ਕੇ ਉਹਨਾਂ ਨੂੰ ਗੁਰਮਤਿ ਉਪਦੇਸ਼ ਦਿੰਦਾ ਰਿਹਾ। ਇੰਨੇ ਵਿੱਚ ਬੀਬੀ ਦੇ ਪਤੀ ਦਾ ਆਪਣੀ ਨੌਕਰੀ 'ਤੇ ਜਾਣ ਦਾ ਸਮਾਂ ਹੋ ਗਿਆ। ਉਸ ਦੇ ਚਲੇ ਜਾਣ ਉਪਰੰਤ ਅੰਨੇ ਰਾਗੀ ਸਿੰਘ ਜੀ ਨੇ ਬੀਬੀ ਦੀ ਇਹ ਤਸੱਲੀ ਕਰਾਉਣੀ ਆਰੰਭ ਕਰ ਦਿੱਤੀ ਕਿ ਹੁਣ ਮੇਰੇ ਵਿੱਚ ਤੇਰਾ ਪਤੀ ਪ੍ਰਵੇਸ਼ ਕਰ ਆਇਆ ਹੈ। ਹੁਣ ਤੇਰਾ ਪਤੀ ਮੇਰੇ ਸਰੀਰ ਦੁਆਰਾ ਪਤੀ ਵਾਲਾ ਕਰਮ ਤੇਰੇ ਨਾਲ ਕਰੇਗਾ ਤਾਂ ਜ਼ਰੂਰ ਹੀ ਲੜਕਾ ਪੈਦਾ ਹੋਵੇਗਾ। ਅਤੇ ਬੜੇ ਡਰਾਮਾਈ ਢੰਗ ਨਾਲ ਝਟਪਟ ਕੱਪੜੇ ਉਤਾਰ ਲਏ। ਪਰ ਠਠੰਬਰੀ ਹੋਈ ਵਿਚਾਰੀ ਬੀਬੀ ਕਿਸੇ ਤਰ੍ਹਾਂ ਖਿਸਕ ਕੇ ਗੁਰਦੁਆਰੇ ਜਾ ਪੁੱਜੀ। ਜਿਸ ਸਿੰਘ ਨੂੰ ਨਾਲ ਲਿਆਈ ਸੀ ਉਸ ਨੇ 250 ਪਾਉਂਡ ਜੋ ਉਸ ਠੱਗੀ ਰਾਗੀ ਨੇ
ਪਹਿਲਾਂ ਹੀ ਠੱਗ ਲਏ ਹੋਏ ਸਨ, ਅਗਿਆਨੀ ਅਤੇ ਸਿੱਧੜ ਬੀਬੀ ਨੂੰ ਵਾਪਸ ਕਰਵਾਏ ਅਤੇ ਸੂਰਮਾ ਸਿੰਘ ਜੀ ਨੂੰ ਕੈਨੇਡਾ ਵੱਲ ਭੇਜ ਦਿੱਤਾ। ਇਹ ਹੈ ਭੂਤ ਪ੍ਰੇਤਾਂ ਦੇ ਨਾਮ 'ਤੇ ਵਰਤ ਰਹੇ ਭਾਣੇ ਦਾ ਵੰਨਗੀ ਮਾਤਰ ਜ਼ਿਕਰ, ਜੋ ਸੁਹਿਰਦ ਸਿੰਘ ਦੀ ਬਦੌਲਤ ਨੰਗਾ ਹੋ ਗਿਆ। ਪਰ ਅਜਿਹੇ ਕਾਰਿਆਂ ਦੀ ਗਿਣਤੀ ਦਾ ਲੇਖਾ ਕੌਣ ਕਰੇ, ਜਿਨ੍ਹਾਂ ਵਿੱਚ ਗ੍ਰੰਥੀ ਸਿੰਘ ਆਪ ਵੀ ਸ਼ਾਮਲ ਹੋ ਜਾਂਦੇ ਹਨ। ਵਡਭਾਗ ਸਿੰਘ ਸੋਢੀ ਦੇ ਡੇਰੇ ਤੋਂ ਭੂਤਾਂ ਪ੍ਰੇਤਾਂ ਵਾਲੀ ਇਹ ਬਿਮਾਰੀ ਗੁਰਦੁਆਰਿਆਂ ਵਿੱਚ ਆ ਰਹੀ ਹੈ। ਸੰਗਤਾਂ ਨੂੰ ਸੁਚੇਤ ਕਰਨ ਦੇ ਆਸ਼ੇ ਨਾਲ ਇਹ ਘਟਨਾ ਲਿਖਣੀ ਪਈ ਹੈ। ਕਿਸੇ ਬਦਨਾਮੀ ਦੇ ਡਰੋਂ ਪਾਪਾਂ 'ਤੇ ਪਰਦਾ ਪਾਉਣਾ ਬਦੀ ਨੂੰ ਫੈਲਾਉਣ ਵਿੱਚ ਸਹਾਈ ਹੋਣ ਦਾ ਦੁਸ਼ਕਰਮ ਹੈ। ਅਗਲੀਆਂ ਆਉਣ ਵਾਲੀਆਂ ਨਸਲਾਂ ਦੀ ਜਾਣਕਾਰੀ ਲਈ ਗੁਣ ਔਗਣ ਦੋਵੇਂ ਲਿਖਣੇ ਜ਼ਰੂਰੀ ਹੁੰਦੇ ਹਨ। ਭਾਗ 12ਵਾਂ ਅਸਲੀ ਬੈਤਾਲੇ ਜਾਂ ਭੂਤ ਪ੍ਰੇਤ ਕੌਣ ਹਨ? ਕਬੀਰ ਜਾਂ ਘਰ ਸਾਧ ਨਾ ਸੇਵੀਐ ਹਰ ਕੀ ਸੇਵਾ ਨਾਹੀਂ, ਤੇ ਘਰ ਮਰਕੜ ਸਾਰਖੇ ਭੂਤ ਬਸੈ ਤਿੰਨ ਮਾਹੇ। ਪੰਨਾ 1374। ਕਾਲਮੈ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸਤਜੁਗ ਪਰਮ ਹੰਸ ਵਿਚਾਰੀ। ਪੰਨਾ 1131। ਅਰਥ ਕਲਯੁਗ ਵਿੱਚ ਪ੍ਰੇਤ ਸਿਰਫ ਉਹੀ ਹਨ ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਦਾ ਨਹੀਂ ਪਛਾਣਿਆ। ਸਤਜੁਗ ਵਿੱਚ ਸਭ ਤੋਂ ਉੱਚੇ ਜੀਵਨ ਵਾਲੇ ਉਹੀ ਹਨ ਜਿਹੜੇ ਆਤਮਿਕ ਜੀਵਨ ਦੀ ਸੂਝ ਵਾਲੇ ਹੋ ਗਏ। ਸਿਰਫ ਕਿਸੇ ਖਾਸ ਸਮੇਂ ਵਿੱਚ ਪੈਦਾ ਹੋਣ ਕਰਕੇ ਲੋਕ ਪਰਮਹੰਸ ਨਹੀਂ ਬਣ ਜਾਂਦੇ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਪੰਨਾ 556। ਅਰਥ ਹੇ ਨਾਨਕ, ਕਲਯੁਗ ਵਿੱਚ ਨਾਮ ਤੋਂ ਖੁੰਝ ਕੇ ਵਿਕਾਰਾਂ ਵਿੱਚ ਫਸੇ ਸਦਾ ਵਿਕਾਰੀ ਜੀਵਨ ਵਿੱਚ ਰਹਿਣ ਵਾਲੇ ਮਨੁੱਖ ਨਹੀਂ, ਭੂਤ ਨੇ ਜੰਮੇ ਹੋਏ ਹਨ। ਪੁੱਤ ਭੂਤਨਾ, ਧੀ ਭੂਤਨੀ ਅਤੇ ਮਾਂ ਇਹਨਾਂ ਭੂਤਨਿਆਂ ਦੀ ਸਰਦਾਰ ਹੈ। ਸ਼ਲੋਕ ਕੁਟੰਬ ਜਤਨ ਕਰਣੰ ਮਾਇਆ ਅਨੇਕ ਉਦਮ, ਹਰ ਭਗਤ ਭਾਵਹੀਣ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਾ। ਪੰਨਾ 706। ਅਰਥ ਮਨੁੱਖ ਆਪਣੇ ਟੱਬਰ ਵਾਸਤੇ ਕਈ ਕੋਸ਼ਿਸ਼ਾਂ ਕਰਦੇ ਹਨ, ਮਾਇਆ ਦੀ ਖਾਤਰ ਆਹਰ ਕਰਦੇ ਹਨ, ਪਰ ਪ੍ਰਭੂ ਦੀ ਭਗਤੀ ਦੀ ਤਾਂਘ ਤੋਂ ਸਖਣੇ ਰਹਿੰਦੇ ਹਨ। ਤੇ ਹੇ ਨਾਨਕ, ਜੋ ਪ੍ਰਭੂ ਨੂੰ ਵਿਸਾਰਦੇ ਹਨ ਉਹ ਮਾਨੋ ਜਿੰਨ ਭੂਤ ਹਨ। ਪ੍ਰੇਤ ਪਿੰਜਰ ਮੈਂ ਦੂਖ ਘਨੇਰੇ, ਨਰਕ ਪਚੇ ਅਗਿਆਨ ਅੰਧੇਰੇ। ਧਰਮ ਰਾਏ ਕੀ ਬਾਕੀ ਲੀਜੈ, ਜਿਨ ਹਰ ਕਾ ਨਾਮ ਵਿਸਾਰਾ ਹੈ। ਪੰਨਾ 1029। ਅਰਥ ਜਿਹੜੇ ਜੀਵ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਉਹ ਮਾਨੋ ਪ੍ਰੇਤਜੂਨ ਹਨ। ਉਹਨਾਂ ਦੇ ਇਹ ਮਨੁੱਖਾ ਸਰੀਰ ਵੀ ਪ੍ਰੇਤਾਂ ਦੇ ਰਹਿਣ ਲਈ ਪਿੰਜਰ ਹੀ ਹਨ। ਕਾਮ ਕ੍ਰੋਧ ਆਦਿ 5 ਭੂਤ ਪ੍ਰੇਤਾਂ ਦੇ ਵਾਸੇ ਵਾਲੇ ਇਹਨਾਂ ਪ੍ਰੇਤ ਪਿੰਜਰਾਂ ਵਿੱਚ ਉਹ ਬੇਅੰਤ ਦੁੱਖ ਸਹਿੰਦੇ ਹਨ। ਅਗਿਆਨਤਾ ਦੇ ਹਨੇਰੇ ਵਿੱਚ ਪੈ ਕੇ ਉਹ ਆਤਮਿਕ ਮੌਤ ਦੇ ਨਰਕ ਵਿੱਚ ਖੁਆਰ ਹੁੰਦੇ ਹਨ। ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ ਉਸ ਦੇ ਸਿਰ 'ਤੇ ਵਿਕਾਰਾਂ ਦਾ ਕਰਜ਼ਾ ਚੜ੍ਹਦਾ ਜਾਂਦਾ ਹੈ। ਉਹ ਮਨੁੱਖ ਮਾਨੋ ਧਰਮਰਾਜ ਦਾ ਕਰਜ਼ਾਈ ਹੋ ਜਾਂਦਾ ਹੈ। ਉਸ ਪਾਸੋਂ ਧਰਮਰਾਜ ਦੇ ਇਸ ਕਰਜ਼ੇ ਦੀ ਵਸੂਲੀ ਹੀ ਕੀਤੀ ਜਾਂਦੀ ਹੈ। ਭਾਵ ਵਿਕਾਰਾਂ ਦੇ ਕਾਰਨ ਉਸ ਨੂੰ ਦੁੱਖ ਸਹਾਰਨੇ ਹੀ ਪੈਂਦੇ ਹਨ। ਜਿਨ੍ਹਾਂ ਸਤਿਗੁਰ ਕਾ ਆਖਿਆ ਸੁਖਾਵੇ ਨਾਹੀਂ, ਤਿਨਾਂ ਮੂੰਹ ਭਲੇਰੇ ਫਿਰੇ ਦਈ ਗਾਲੇ। ਜਿਨ ਅੰਦਰ ਪ੍ਰੀਤ ਨਹੀਂ ਹਰ ਕੇਰੀ, ਸੇ ਕਿਚਰਕ ਵੇਰਾਈਨ ਮਨ ਮੁਖ ਬੇਤਾਲੇ। ਪੰਨਾ 305। ਅਰਥ ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰ ਦੇ ਬਚਨ ਚੰਗੇ ਨਹੀਂ ਲੱਗਦੇ, ਉਹਨਾਂ ਦੇ ਮੂੰਹ ਭ੍ਰਿਸ਼ਟੇ ਹੋਏ ਹੁੰਦੇ ਹਨ, ਉਹ ਖਸਮ ਵੱਲੋਂ ਫਿਟਕਾਰੇ ਹੋਏ ਫਿਰਦੇ ਹਨ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਨਹੀਂ, ਉਹਨਾਂ ਭੂਤਨਿਆਂ ਨੂੰ ਕਦ ਤਾਈਂ ਧੀਰਜ ਦਿੱਤੀ ਜਾ ਸਕਦੀ ਹੈ। ਗੁਰਦੇਵ ਜੀ ਨੇ ਮਾਇਆ ਦੇ ਮੋਹ ਨੂੰ ਅਤੇ ਕਾਮ ਕ੍ਰੋਧ ਹੰਕਾਰ ਨੂੰ ਪ੍ਰੇਤ ਫੁਰਮਾਨ ਕੀਤਾ ਹੈ ਅਤੇ ਇਹਨਾਂ ਨੂੰ ਧਰਮਰਾਜ ਦੀ ਪਰਜਾ ਕਿਹਾ ਹੈ। ਭਾਵ ਇਹ ਵਿਕਾਰ ਹੀ ਮਨੁੱਖ ਨੂੰ ਜਮਰਾਜ ਦੇ ਦਰਸ਼ਨ ਛੇਤੀ ਕਰਾਉਂਦੇ ਹਨ। ਮਨੁੱਖ ਦੀ ਸਿਹਤ ਵਿਕਾਰ ਹੀ ਛੇਤੀ ਨਸ਼ਟ ਕਰਦੇ ਹਨ। ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਦੰਡ ਕਰਾਰਾ। ਪੰਨਾ 513। ਮਨੁੱਖ ਆਪਣੇ ਦੋਸਤਾਂ ਮਿੱਤਰਾਂ ਸੰਬੰਧੀਆਂ ਨੂੰ ਆਪਣੇ ਸਮਝ ਕੇ ਉਹਨਾਂ ਨਾਲ ਬੜਾ ਸਨੇਹ ਕਰਦਾ ਹੈ, ਪਰ ਜਦੋਂ ਉਸ ਦੇ ਸਰੀਰ ਵਿੱਚੋਂ ਪ੍ਰਾਣ ਜੁਦਾ ਹੋ ਜਾਂਦੇ ਹਨ ਤਾਂ ਉਹੀ ਲੋਕ ਉਸ ਨੂੰ
ਪ੍ਰੇਤ ਕਹਿ ਕੇ ਝਟਪਟ ਘਰੋਂ ਕੱਢ ਦਿੰਦੇ ਹਨ। ਜਿਸ ਬਿਸਰਤ ਤਨ ਭਸਮ ਹੋਏ, ਕਹਤੇ ਸਭ ਪ੍ਰੇਤ, ਖੇਨ ਗ੍ਰਹਿ ਮੈਂ ਬਸਨ ਨਾ ਦੇਵਈ, ਜਿਨ ਸਿਉ ਸੋਈ ਹੇਤ। ਪੰਨਾ 706। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਚੌਥਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਪਹਿਲੇ ਕਾਂਡ ਦਾ 11ਵਾਂ ਅਤੇ 12ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।